ਸਤਿ ਸ਼੍ਰੀ ਅਕਾਲ। TV84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਵਿੱਚ ਹੋਈ ਹਿੰਸਾ ਦੀ ਆਵਾਜ਼ UN ਤੱਕ ਪੁੱਜੀ। ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਰੇਸ ਨੇ ਵਿਅਕਤ ਕੀਤਾ ਦੁੱਖ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ, ਜਦਕਿ ਭਾਜਪਾ ਆਗੂਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ ਵਾਲੇ ਜੱਜ S ਮੁਰਲੀਧਰ ਦਾ ਮੋਦੀ ਸਰਕਾਰ ਨੇ ਕੀਤਾ ਤਬਾਦਲਾ। SYL ਤੇ ਪੰਜਾਬ ਤੇ ਹਰਿਆਣਾ ਵਿਚਾਲੇ ਟਕਰਾਅ ਵਧਿਆ। ਕੈਪਟਨ ਵੱਲੋਂ ਪਾਣੀ ਨਾ ਦੇਣ ਬਦਲੇ ਸ਼ਹੀਦ ਹੋਣਾ ਵੀ ਸਵੀਕਾਰ ਕਰਨ ਦੇ ਦਿੱਤੇ ਬਿਆਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ਭਾਵੇਂ ਜਿਹੜਾ ਮਰਜ਼ੀ ਸ਼ਹੀਦ ਹੋ ਜਾਵੇ, ਹਰਿਆਣਾ ਦਾ ਪਾਣੀ ਨਹੀਂ ਰੋਕ ਸਕਦਾ। ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ 5ਵਾਂ ਦਿਨ ਵੀ ਰਿਹਾ ਹੰਗਾਮੇ ਭਰਪੂਰ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਘੇਰਿਆ ਕੈਪਟਨ ਸਰਕਾਰ ਨੂੰ। ਬਿਕਰਮ ਮਜੀਠੀਆ ਨੇ ਕਿਹਾ, ਚੀਨ ਨੂੰ ਹੋਇਆ ਕਰੋਨਾ ਵਾਇਰਸ, ਜਦਕਿ ਕਾਂਗਰਸ ਨੂੰ ਕਰੋ ਨਾ ਵਾਇਰਸ। ਪੰਜਾਬ ਦੇ ਕਾਂਗਰਸੀ ਸਭਾ ਵਿੱਚ ਹੋਈ ਹਲਚਲ। ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ। ਪੰਜਾਬ ਲਈ ਬਣਾਏ ਨਵੇਂ ਰੋਡ ਮੈਪ ਦਾ ਕੀਤਾ ਜ਼ਿਕਰ, ਜਦਕਿ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ, ਸਿੱਧੂ ਅਹੁਦਿਆਂ ਦੇ ਲਾਲਚੀ। ਤੇ ਬਾਦਲ ਪਿਓ ਪੁੱਤਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਵਿੰਨੇ ਨਿਸ਼ਾਨੇ। ਸੁਖਬੀਰ ਬਾਦਲ ਨੇ ਤਰਨਤਾਰਨ ਵਿੱਚ ਰੈਲੀ ਦੌਰਾਨ ਤੇ ਵੱਡੇ ਬਾਦਲ ਨੇ ਪਿੰਡ ਬਾਦਲ ਵਿੱਚ ਕਿਹਾ ਕਿ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਕੈਪਟਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਨਾਗਰਿਕਤਾ ਕਾਨੂੰਨ ਵਿੱਚ ਹੋਈ ਸੋਧ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉੱਤਰ ਪੂਰਬੀ ਇਲਾਕੇ ਵਿੱਚ ਫਿਰਕੂ ਹਿੰਸਾ ਵਿੱਚ ਕਈ ਲੋਕਾਂ ਦੀ ਮੌਤ ਹੋਣ ਨਾਲ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਰੇਸ ਬਹੁਤ ਦੁਖੀ ਨੇ ਤੇ ਉਹਨਾਂ ਨੇ ਹਿੰਸਾ ਦੇ ਮਾਮਲੇ ਵਿੱਚ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗੁਤਰੇਸ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਦਿੱਲੀ ਵਿੱਚ ਨਾਗਰਿਕਤਾ ਕਾਨੂੰਨ ਵਿੱਚ ਸੋਧ ਨੂੰ ਲੈ ਕੇ ਭੜਕੀ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਲੋਕ ਇਸ ਦੌਰਾਨ ਜ਼ਖਮੀ ਹੋਏ ਨੇ। ਗੁਤਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇੱਕ ਸੰਮੇਲਨ ਵਿੱਚ ਕਿਹਾ ਕਿ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਨਾਲ ਉਹ ਦੁਖੀ ਨੇ। ਉਹਨਾਂ ਹਿੰਸਾ ਨੂੰ ਟਾਲਣ ਲਈ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਦੁਜਾਰਿਕ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਨਵੀਂ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੇ ਜਨਰਲ ਸਕੱਤਰ ਕੋਈ ਟਿੱਪਣੀ ਕਰਨਗੇ ਤੇ ਕੀ ਭਾਰਤ ਸਰਕਾਰ ਨਾਲ ਉਹਨਾਂ ਦੀ ਇਸ ਮੁੱਦੇ ਤੇ ਕੋਈ ਗੱਲਬਾਤ ਹੋਈ ਹੈ। ਤਾਂ ਇਸ ਦੇ ਜਵਾਬ ਵਿੱਚ ਗੁਤਰੇਸ ਨੇ ਕਿਹਾ ਕਿ ਉਹ ਇਸ ਸਭ ਤੋਂ ਬਹੁਤ ਦੁਖੀ ਨੇ। He is very saddened by the reports of casualties following the protests in Delhi, and as he has done in similar circumstances, he calls for maximum restraint and for violence to be avoided. ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਹਿੰਸਾ ਲਈ ਕੋਈ ਵੀ ਵਿਅਕਤੀ ਜੋ ਦੋਸ਼ੀ ਪਾਇਆ ਜਾਂਦਾ ਹੈ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਆਮ ਆਦਮੀ ਪਾਰਟੀ ਦਾ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇਗੀ। ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਘਟ ਗਈਆਂ ਨੇ। ਪਿਛਲੇ 3 ਦਿਨਾਂ ਤੋਂ ਉੱਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੜਕੰਪ ਮਚਿਆ ਹੋਇਆ ਸੀ। ਇਸ ਹਿੰਸਾ ਵਿੱਚ 34 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਘੋਸ਼ਣਾ ਕੀਤੀ ਤੇ ਕਿਹਾ ਕਿ ਰਾਜ ਸਰਕਾਰ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਲਈ ਫ੍ਰੀਸ਼ੇਤ ਯੋਜਨਾ ਦੀ ਘੋਸ਼ਣਾ ਕੀਤੀ ਤੇ ਕਿਹਾ ਕਿ ਸਰਕਾਰ ਪ੍ਰਭਾਵਿਤ ਇਲਾਕਿਆਂ ਵਿੱਚ ਖਾਣਾ ਤੇ ਹੋਰ ਸਮਾਨ ਭੇਜ ਰਹੀ ਹੈ, ਜਿੱਥੇ ਦੁਕਾਨਾਂ ਵੀ 3 ਦਿਨਾਂ ਤੋਂ ਚੱਲੀ ਹਿੰਸਾ ਦੌਰਾਨ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ। मेरे पास पुलिस नहीं है, अगर पुलिस होती तो हम भी सख्त एक्शन लेते। मेरा अपना ये मानना है कि देश की सुरक्षा को लेके और जो इस तरह के दंगे होते हैं, मैं ये सुबह से देख रहा हूँ, इसके ऊपर राजनीति नहीं होनी चाहिए। आम आदमी पार्टी का है कोई, या बीजेपी का है, या कोई कांग्रेस का है, जिन जिन लोगों ने दंगों को उकसाने की कोशिश की, जिन जिन लोगों ने दंगे करवाए, उनको बख्शा नहीं जाना चाहिए। चाहे कोई भी हो, चाहे मेरे मंत्रिमंडल में कोई है, किसी को नहीं छोड़ना है। उनके खिलाफ सख्त से सख्त एक्शन लो। उस पर आप बयान क्या पूछ रहे हो लोगों से? आपका क्या कहना है जी? आपका क्या कहना है जी? आपका क्या कहना है जी? कहने से दंगे वालों को सजा मिलेगी क्या? इससे सजा मिलेगी? ऐसे ऐसे क्रिमिनल जस्टिस सिस्टम चलेगा हमारा? उठा के जेल में डालो जो भी दोषी हैं, उनके वाले दोषी हैं उनको डालो, हमारे वाले दोषी हैं डबल सजा दो उनको, किसी को बख्शो मत। राजनीति करना बंद करो देश की सुरक्षा के साथ, देश के साथ राजनीति करना बंद करो। जो इंजर्ड लोग हैं, जो सरकारी हॉस्पिटल्स में आ रहे हैं, उनको तो हम पूरी उनका इलाज कर ही रहे हैं, लेकिन अगर कोई प्राइवेट हॉस्पिटल में जाके अपना इलाज कराता है तो फरिश्ते स्कीम जो दिल्ली सरकार की एक्सीडेंट विक्टिम्स के लिए थी, कि अगर कोई भी रोड एक्सीडेंट विक्टिम है और उसको आप
वो अगर किसी भी प्राइवेट हॉस्पिटल में जाके इलाज कराता है तो उसका सारा खर्चा दिल्ली सरकार देती है। उस फरिश्ते स्कीम को राइट अफेक्टेड लोगों के लिए भी लागू कर दिया गया है। ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਤੇ ਉੱਤਰ ਪੂਰਬੀ ਦਿੱਲੀ ਵਿੱਚ ਫੈਲੀ ਹਿੰਸਾ ਤੇ ਭਾਜਪਾ ਨੇਤਾਵਾਂ ਦੇ ਭੜਕਾਊ ਬਿਆਨਾਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਜੱਜ ਐਸ ਮੁਰਲੀਧਰ ਨੇ ਦਿੱਲੀ ਪੁਲਿਸ ਤੇ ਸਰਕਾਰ ਨੂੰ ਖੂਬ ਝਾੜਿਆ ਸੀ। ਇਸ ਦੇ ਸਿੱਟੇ ਵਜੋਂ ਅੱਧੀ ਰਾਤ ਉਹਨਾਂ ਦਾ ਟ੍ਰਾਂਸਫਰ ਪੰਜਾਬ ਹਰਿਆਣਾ ਹਾਈ ਕੋਰਟ ਕਰ ਦਿੱਤਾ ਗਿਆ। ਦੱਸ ਦੇਈਏ ਕਿ ਹਾਈ ਕੋਰਟ ਦੇ ਸੀਨੀਅਰ ਜੱਜਾਂ ਦੀ ਲਿਸਟ ਵਿੱਚੋਂ ਤੀਜੇ ਨੰਬਰ ਤੇ ਆਉਂਦੇ ਨੇ ਕਾਨੂੰਨ ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਉਹਨਾਂ ਦੇ ਟ੍ਰਾਂਸਫਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਵਿੱਚ ਉਹਨਾਂ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੀਫ ਜਸਟਿਸ ਆਫ ਇੰਡੀਆ ਐਸ.ਏ. ਬੋਬੜੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 12 ਫਰਵਰੀ ਨੂੰ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਜਸਟਿਸ ਮੁਰਲੀਧਰ ਸਣੇ 3 ਜੱਜਾਂ ਦੀ ਟ੍ਰਾਂਸਫਰ ਦੀ ਸਿਫਾਰਿਸ਼ ਕੀਤੀ ਸੀ। ਉਧਰ ਇਸ ਮੁੱਦੇ ਤੇ ਰਾਜਨੀਤੀ ਵੀ ਗਰਮਾ ਗਈ ਹੈ। ਕਾਂਗਰਸ ਨੇ ਰਾਤੋਂ ਰਾਤ ਹਾਈ ਕੋਰਟ ਦੇ ਜੱਜ ਦਾ ਟ੍ਰਾਂਸਫਰ ਨੂੰ ਲੈ ਕੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਇਸ ਬਾਰੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ਬਹਾਦਰ ਜੱਜ ਲੋਇਆ ਨੂੰ ਯਾਦ ਕਰੋ ਜਿਨ੍ਹਾਂ ਦਾ ਟ੍ਰਾਂਸਫਰ ਨਹੀਂ ਹੋਇਆ ਸੀ। ਉਧਰ ਕੇਂਦਰੀ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਸਫਾਈ ਪੇਸ਼ ਕਰਦਿਆਂ ਕਿਹਾ ਕਿ ਇਹ ਸਭ ਕੁਝ ਤੈਅ ਪ੍ਰਕਿਰਿਆ ਤਹਿਤ ਹੋਇਆ ਹੈ। ਦਿੱਲੀ ਵਿੱਚ ਭੜਕੀ ਹਿੰਸਾ ਵਿੱਚ ਜ਼ਖਮੀਆਂ ਦੇ ਇਲਾਜ ਲਈ ਮੰਗਲਵਾਰ ਦੀ ਰਾਤ 12:30 ਵਜੇ ਜੱਜ ਮੁਰਲੀਧਰ ਦੇ ਘਰ ਸੁਣਵਾਈ ਹੋਈ ਸੀ। ਇਸ ਵਿੱਚ ਜਸਟਿਸ ਅਨੂਪ ਬੰਬਾਨੀ ਵੀ ਸ਼ਾਮਲ ਸਨ। ਸ਼ਿਕਾਇਤਕਰਤਾ ਵਕੀਲ ਸਰੂਰ ਅਹਿਮਦ ਦੀ ਮੰਗ ਤੇ ਪੁਲਿਸ ਨੂੰ ਹਿੰਸਾਗ੍ਰਸਤ ਖੇਤਰ ਮੁਸਤਫਾਬਾਦ ਦੇ ਅਲ ਹਿੰਦ ਹਸਪਤਾਲ ਵਿੱਚ ਫਸੇ ਮਰੀਜ਼ਾਂ ਨੂੰ ਪੂਰੀ ਸੁਰੱਖਿਆ ਨਾਲ ਵੱਡੇ ਹਸਪਤਾਲ ਪਹੁੰਚਾਉਣ ਦਾ ਹੁਕਮ ਜਾਰੀ ਕੀਤਾ ਸੀ ਤੇ ਨਾਲ ਦੀ ਨਾਲ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਦੇ ਕੁਝ ਨੇਤਾਵਾਂ ਤੇ ਪਰਚੇ ਦਰਜ ਕਰਨ ਦਾ ਵੀ ਹੁਕਮ ਦਿੱਤਾ ਸੀ। ਸਤਲੁਜ ਯਮੁਨਾ ਲਿੰਕ ਨਹਿਰ ਯਾਨੀ SYL ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਟਕਰਾਅ ਦਾ ਅੰਤ ਫਿਲਹਾਲ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ SYL ਬਾਰੇ ਸਰਕਾਰ ਦੇ ਸਟੈਂਡ ਨੂੰ ਸਪਸ਼ਟ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ SYL ਬਾਰੇ ਸਖਤ ਰੁਖ ਅਪਣਾਇਆ ਹੈ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਿਹਾ ਕਿ ਉਹ ਸ਼ਹੀਦ ਹੋ ਜਾਣਗੇ ਪਰ ਸੂਬੇ ਦਾ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ। ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਪਾਣੀ ਦੀ ਘਾਟ ਦਾ ਹਵਾਲਾ ਦਿੱਤਾ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨਾਲ ਹਰਿਆਣਾ ਨੂੰ ਕੋਈ ਫਰਕ ਨਹੀਂ ਪਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ਦੇ ਇਸ ਬਿਆਨ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸ਼ਹੀਦ ਹੋਣ ਜਾਂ ਨਾ ਹੋਣ ਕੋਈ ਵੀ ਹਰਿਆਣਾ ਦਾ ਪਾਣੀ ਨਹੀਂ ਰੋਕ ਸਕਦਾ। ਜ਼ਿਕਰਯੋਗ ਹੈ ਕਿ SYL ਤੇ ਫੈਸਲਾ ਫਿਲਹਾਲ ਸੁਪਰੀਮ ਕੋਰਟ ਵਿੱਚ ਲੰਬਿਤ ਹੈ। ਸੋ ਇਹ ਜਿਹੜੀ ਬੇਇਨਸਾਫੀ ਸਾਡੇ ਨਾਲ ਹੋਈ ਹੈ, ਅਸੀਂ ਕਿਹਾ ਕਿ ਅਸੀਂ ਪਾਣੀ ਦੀ ਸਾਡੇ ਕੋਲ ਬੂੰਦ ਨਹੀਂ ਹੈ, ਸਾਡੇ ਗਲੇਸ਼ੀਅਰ ਮੈਲਟ ਹੋ ਗਈ, ਸਾਡੇ ਨਦੀਆਂ ਦਾ ਪਾਣੀ ਜੋ 17.1 ਮਿਲੀਅਨ ਏਕੜ ਫੀਟ ਸੀ ਹੁਣ ਅਸੀਂ 13 ਮਿਲੀਅਨ ਏਕੜ ਫੀਟ ਤੇ ਆ ਗਏ ਔਰ ਥੱਲੇ ਦਾ ਪਾਣੀ ਸਾਡਾ ਦਿਨ ਪਰ ਦਿਨ ਥੱਲੇ ਜਾ ਰਿਹਾ ਹੈ ਨਹੀਂ ਪਾਣੀ, ਔਰ ਅਸੀਂ ਚਾਹੇ शहीद हो जी ऐसी पानी नहीं इतों जान देना। वो शहीद तो पता नहीं होंगे कि नहीं होंगे, लेकिन हरियाणा के SYL के पानी को कोई रोक नहीं सकता, कितनी बड़ी ताकत लगा लें वो, क्योंकि अभी उनके हाथ में नहीं है और ये सुप्रीम कोर्ट के हाथ में है और सुप्रीम कोर्ट को ये जानकारी हो ही गई है। जैसे उन्होंने पिछली बार अपने यहाँ निर्णय लिया था तो उसमें से जो अमिकेबल सेटलमेंट की आज सुप्रीम कोर्ट कह रहे थे, अब वो सुप्रीम कोर्ट की जानकारी जब हो गई है तो निश्चित रूप से सुप्रीम कोर्ट किसी के बंधे हुए नहीं होते, उनको तो अपना निर्णय देना ही होता है, इसलिए अपना निर्णय देंगे। ਪੰਜਾਬ ਵਿਧਾਨ ਸਭਾ ਬਜਟ ਇਜਲਾਸ ਅੱਜ 5ਵਾਂ ਦਿਨ ਸੀ। ਵਿਧਾਨ ਸਭਾ ਦੇ 5ਵੇਂ ਦਿਨ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਸਦਨ ਦੇ ਬਾਹਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਮੁੱਦਾ ਚੁੱਕਿਆ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਮੁੱਦਾ ਚੁੱਕਿਆ। ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬੈਨਰ ਫੜੇ ਹੋਏ ਸਨ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਚੀਨ ਵਿੱਚ ਹੋਇਆ ਕੋਰੋਨਾ ਵਾਇਰਸ, ਕਾਂਗਰਸ ਨੂੰ ਹੋਇਆ ਕਰੋਨਾ ਵਾਇਰਸ। ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਹੋਇਆ ਪਿਆ ਹੈ ਤੇ ਪੰਜਾਬ ਸਰਕਾਰ ਨੂੰ ਕਰੋਨਾ ਵਾਇਰਸ ਹੋਇਆ ਪਿਆ ਹੈ, ਮਤਲਬ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਹੈ। ਸਰਕਾਰ ਵੱਲੋਂ 5000 ਕਰੋੜ ਦੀ ਡੀਏ ਦੀ ਕਿਸ਼ਤ ਰੋਕ ਕੇ ਬੈਠੇ ਹੋਏ ਨੇ ਮੁਲਾਜ਼ਮ, ਨਾਖੁਸ਼ ਨੇ, ਜਿਸ ਕਾਰਨ ਵਿਕਾਸ ਕਾਰਜਾਂ ਦੀ ਰਫ਼ਤਾਰ ਘੱਟ ਹੈ। ਟੀਚਰਾਂ, ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ, ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ। ਬਾਰ-ਬਾਰ ਕਹਿ ਰਿਹਾ ਕਿ ਚਾਈਨਾ 'ਚ ਹੋਇਆ ਕਰੋਨਾ ਵਾਇਰਸ, ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹੋਇਆ ਕਰੋਨਾ ਵਾਇਰਸ, ਕਿ ਕੋਈ ਕੰਮ ਨਹੀਂ ਕਰ ਰਿਹਾ। ਇਹ ਸਰਕਾਰ ਸੁੱਤੀ ਪਈ ਆ। ਇਹਨਾਂ ਨੇ ਕੰਟਰੈਕਚੁਅਲ EMPLOYEES ਨਾਲ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਤੁਹਾਨੂੰ ਪੱਕੇ ਕਰ ਦਿਆਂਗੇ। ਅੱਜ 3 ਸਾਲ ਬੀਤ ਗਏ, ਉਹਨਾਂ ਨਾਲ ਮੀਟਿੰਗ ਨਹੀਂ ਕਰ ਰਹੇ। ਫਿਰ ਇਹਨਾਂ ਨੇ 5000 ਕਰੋੜ ਡੀਏ ਦੀਆਂ ਕਿਸ਼ਤਾਂ ਇਹ ਰੋਕ ਕੇ ਬਹਿ ਗਏ ਆ, ਦਿੰਦੇ ਹੀ ਨਹੀਂ, ਖਾਈ ਗਏ ਆ। ਮੁਲਾਜ਼ਮ ਬੈਕਬੋਨ ਹੈ ਸਰਕਾਰ ਦੀ। ਜੇ ਮੁਲਾਜ਼ਮ ਹੈਪੀ ਤੇ ਸੁਭਾਵਿਕ ਹੈ ਖੁਸ਼ ਐਟਮੋਸਫੇਅਰ 'ਚ, ਹੈਪੀ ਐਟਮੋਸਫੇਅਰ 'ਚ ਕੰਮ ਕਰਨਗੇ, ਉਹਦੇ ਸਿੱਟੇ ਸਰਕਾਰ ਵਾਸਤੇ, ਪਬਲਿਕ ਵਾਸਤੇ ਵਧੀਆ ਹੋਣਗੇ।
ਈਟੀਟੀ ਟੀਚਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਹਰੇਕ ਦਾ ਮੁੱਦਾ ਲੈ ਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਰੋਜ਼ ਇਹਨਾਂ ਨੂੰ ਘੇਰੇ ਪੈ ਰਹੇ ਆ, ਇਹ ਉਹਨਾਂ ਨੂੰ ਸੁਣਦੇ ਨਹੀਂ। ਕਦੇ ਗਾਲਾਂ ਕੱਢਦੇ ਆ, ਕਦੇ ਕੁੱਟਦੇ ਆ, ਕਦੇ ਬੇਇੱਜ਼ਤ ਕਰਦੇ ਆ। ਉਹ ਸਾਰੇ ਮੁੱਦੇ ਲੈ ਕੇ ਆਏ ਆ। ਦੇਖੋ, ਕੱਲ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਕਿਹਾ ਸੀਗਾ ਕਿ ਜਿਹੜੇ ਨੌਜਵਾਨ ਨੂੰ ਸਮਾਰਟਫੋਨ ਦੇਣੇ ਨੇ ਉਹ ਕਿਉਂਕਿ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਆ ਗਿਆ, ਇਸ ਕਰਕੇ ਡਿਲੇ ਹੋ ਰਹੇ ਨੇ। ਸੋ ਫਿਰ ਜਦੋਂ ਕੱਲ ਮੈਂ ਵਿਧਾਨ ਸਭਾ ਦੇ ਵਿੱਚੋਂ ਨਿਕਲ ਰਿਹਾ ਸੀਗਾ, ਮੈਨੂੰ ਕੁਝ ਕਾਂਗਰਸ ਦੇ 2-3 ਮਿਨਿਸਟਰ ਔਰ ਐਮਐਲਏ ਮਿਲੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਸੀਐਮ ਸਾਹਿਬ ਨੂੰ ਸਮਝਾਓ ਕਿ ਕੋਈ ਚੱਜ ਦਾ ਬਹਾਨਾ ਤਾਂ ਲਾ ਲਿਆ ਕਰਨ, ਕੋਈ ਬਹਾਨਾ ਹੈ। ਉਹ ਕਹਿੰਦੇ ਅਮਨ ਜੀ ਤੁਸੀਂ ਸਮਝੇ ਨਹੀਂ ਹੈਗੇ, ਚਾਹੇ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਮਹੀਨੇ ਦਾ ਆਇਆ ਹੋਇਆ ਹੈ, ਪਰ ਸਾਡੀ ਸਰਕਾਰ ਕਾਂਗਰਸ ਸਰਕਾਰ ਦੇ ਵਿੱਚ ਤਾਂ ਕਰੋ ਨਾ, ਵੀ ਕਿਸੇ ਦਾ ਕੰਮ ਕੋਈ ਨਾ ਕਰੋ। ਉਹ ਵਾਇਰਸ ਹੈ ਜਿਹੜਾ ਪਿਛਲੇ 3 ਸਾਲ ਤੋਂ ਆਇਆ, ਇਸ ਕਰਕੇ ਜੋ ਸੀਐਮ ਸਾਹਿਬ ਨੇ ਕਿਹਾ ਉਹ ਸਹੀ ਕਿਹਾ। ਸੋ ਫਿਰ ਅਵਾਰਾ ਪਸ਼ੂਆਂ ਦਾ ਵੀ ਇਸ਼ੂ ਹੈ ਜੀ ਸਾਡਾ, ਜਿਹੜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਆਪਦੇ ਕਰਜ਼ਾ ਮਾਫੀ ਦੇ ਵਾਅਦੇ ਤੋਂ ਮੁੱਕਰ ਗਏ, ਜਿਹੜੇ ਖੇਤ ਮਜ਼ਦੂਰ ਨੇ, ਇਹ ਸਾਰੇ ਇਸ਼ੂਜ਼ ਨੇ ਜਿਹੜੇ ਅੱਜ ਅਸੀਂ ਰੇਜ਼ ਕਰਨੇ ਨੇ ਜੀ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਵਿਧਾਨ ਸਭਾ ਦੀ ਫਸੀਲ ਤੋਂ ਦੱਸਿਆ ਕਿ ਸੂਬੇ ਵਿੱਚ ਖੇਡ ਕਿੱਟਾਂ ਤੇ ਜਿਮ ਦੇ ਸਮਾਨ ਦੀ ਵੰਡ ਵਿੱਚ ਉਣਤਾਈਆਂ ਦੇ ਤੱਥਾਂ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ 30 ਕਰੋੜ ਰੁਪਏ ਮੁੱਲ ਨਾਲ ਖਰੀਦੇ ਖੇਡ ਸਮਾਨ ਦੇ ਮਾਮਲੇ ਵਿੱਚ ਤੱਥਾਂ ਦੀ ਜਾਂਚ ਦਾ ਜ਼ਿੰਮਾ ਖੇਡ ਵਿਭਾਗ ਨੂੰ ਸੌਂਪਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੜਤਾਲ 30 ਦਿਨਾਂ ਦੇ ਅੰਦਰ ਮੁਕੰਮਲ ਕੀਤੀ ਜਾਵੇ। ਬਜਟ ਇਜਲਾਸ ਦੇ 5ਵੇਂ ਦਿਨ ਸਦਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਖੇਡ ਕਿੱਟਾਂ ਤੇ ਜਿਮ ਦੇ ਸਮਾਨ ਦੀ ਵੰਡ ਵਿੱਚ ਉਣਤਾਈਆਂ ਸੰਬੰਧੀ ਕਈ ਮਾਮਲੇ ਸਾਹਮਣੇ ਆਏ ਨੇ, ਜਿਸ ਕਾਰਨ ਖੇਡ ਸਮਾਨ ਦੀ ਵੰਡ ਦੀ ਜਾਂਚ ਕਰਵਾਉਣੀ ਜ਼ਰੂਰੀ ਬਣਦੀ ਹੈ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦੇਖਤਵਾਰ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ 5ਵੇਂ ਦਿਨ ਸਿਫਰ ਕਾਲ ਦੌਰਾਨ ਕੌਮੀ ਰਾਜਧਾਨੀ ਵਿੱਚ ਭੜਕੀ ਹਿੰਸਾ ਅਤੇ ਕਤਲੇਆਮ ਦਾ ਮੁੱਦਾ ਉਠਾਇਆ। ਸੈਸ਼ਨ ਦੌਰਾਨ ਮੁੱਦਾ ਉਠਾਉਣ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਇਨਸਾਨੀਅਤ ਦੇ ਕਾਤਲਾਂ ਦੇ ਨਾਪਾਕ ਮਨਸੂਬਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕੇਂਦਰੀ ਸੱਤਾ ਵਿੱਚ ਸ਼ਾਮਲ ਅਕਾਲੀ ਦਲ ਦੇ ਆਗੂਆਂ ਦੀ ਵੀ ਇਸ ਮਾਮਲੇ ਤੇ ਚੁੱਪੀ ਤੇ ਤੰਜ ਕੱਸਦਿਆਂ ਕਿਹਾ ਕਿ ਘੱਟ ਗਿਣਤੀਆਂ ਨਾਲ ਹੋ ਰਹੇ ਇਸ ਵਿਤਕਰੇ ਉੱਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦਾ ਚੁੱਪ ਰਹਿਣਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉੱਥੇ ਜੋ ਦਿੱਲੀ ਦੇ ਵਿੱਚ ਜੋ ਕੁਝ ਕੀਤਾ ਗਿਆ, ਜੋ ਕੁਝ ਹੋਇਆ, ਠੀਕ ਹੈ। ਤੇ ਕਹਿੰਦੇ 84 ਦੇ ਜੱਜਾਂ ਨੇ ਕਿਹਾ ਕਿ 84 ਨੇ ਅਸੀਂ ਨਹੀਂ ਬਣ ਦਿਆਂਗੇ। ਮੈਂ ਵੀ ਮਾਫੀ ਮੰਗਦਾ ਕਿ 84 'ਚ ਜੋ ਕੁਝ ਹੋਇਆ ਉਹੋ ਜਿਹਾ ਕਦੀ ਦੁਬਾਰਾ ਨਹੀਂ ਸੀ ਹੋਣਾ ਚਾਹੀਦਾ। ਪਰ ਜੇ ਅਸੀਂ ਦੁਬਾਰਾ ਰਿਪੀਟ ਕਰਨਾ ਚਾਹੁੰਦੇ ਹਾਂ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਅਸੀਂ ਦੁਬਾਰਾ ਕਰਾਂਗੇ। ਇਹ ਗੁਜਰਾਤ ਦੀ ਜੋ ਅੱਗ ਲੱਗੀ ਜਾਂ ਹੋਰਨਾਂ ਥਾਵਾਂ ਤੇ ਮੋਦੀ ਨੇ ਜਿਹੜੀ ਅੱਗ ਲਾਈ, ਉਸੇ ਪੈਟਰਨ ਤੇ ਇਹ ਜਿਹੜੀ ਦਿੱਲੀ ਦੇ ਵਿੱਚ ਅੱਗ ਲਾਈ ਗਈ। ਉਸੇ ਤਰੀਕੇ ਨਾਲ ਇੱਕ ਕੌਮ ਨੂੰ, ਇੱਕ ਧੜੇ ਨੂੰ, ਇੱਕ ਫਿਰਕੇ ਨੂੰ ਟਾਰਗੇਟ ਕੀਤਾ ਗਿਆ, ਜਿਹੜਾ ਬਹੁਤ ਨਿੰਦਣਯੋਗ ਹੈ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਜਿੱਥੇ ਸਾਡੇ ਮੁਸਲਿਮ ਭਰਾ ਨੇ ਸਾਂਝੀਵਾਲਤਾ ਦਾ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਤੇ ਉਹਦੇ ਨਾਲ ਹੀ ਮੈਂ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡੀ ਵੱਡੀ ਗੱਲ ਕਹੀ ਹੈ ਕਿ ਜਿਹੜੇ ਸਿੱਖ ਨੇ ਉਹ ਇਹਨਾਂ ਭਰਾਵਾਂ ਦੀ ਆਣ ਕੇ ਹਿਫਾਜ਼ਤ ਕਰਨ, ਆਪਣੇ ਗੁਰਦੁਆਰਿਆਂ 'ਚ ਉਹਨਾਂ ਨੂੰ ਸ਼ਰਨ ਦੇਣ, ਆਪਣੇ ਘਰਾਂ 'ਚ ਦੇਣ। ਇਹਨੂੰ ਸਾਂਝੀਵਾਲਤਾ ਕਿਹਾ ਜਾ ਸਕਦਾ। ਅੱਜ ਮੈਂ ਇਹ ਵੀ ਕਹਿੰਦਾ ਕਿ ਜੇ ਇਹਨਾਂ 'ਚ ਅਣਖ ਹੈਗੀ ਅਕਾਲੀ ਦਲ 'ਚ, ਇਹ ਹਰਸਿਮਰਤ ਕੌਰ ਨੂੰ ਅੱਜ ਹੀ ਉੱਥੋਂ ਵਿਡਰਾ ਕਰਾਉਣ ਤੇ ਉੱਥੋਂ ਰਿਜ਼ਾਈਨ ਕਰਾ ਕੇ ਉਹਨੂੰ ਕਹਿਣ ਕੇ ਬਾਹਰ ਆ ਜਾ, ਕਿਉਂਕਿ ਇਹ ਜਿਹੜੀ ਮਨੁੱਖਤਾ ਵਾ ਇਹ ਖਤਰੇ 'ਚ ਇਹਨਾਂ ਦੀ ਸਰਕਾਰ ਖੜੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਨੀ ਦਿਨੀ ਸੂਬਾ ਸਰਕਾਰ ਖਿਲਾਫ ਰੋਸ ਰੈਲੀਆਂ ਕਰ ਰਹੇ ਨੇ। ਇਸੇ ਲੜੀ ਵਿੱਚ ਉਹਨਾਂ ਨੇ ਤਰਨਤਾਰਨ ਵਿੱਚ ਰੋਸ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੂਬ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਲਈ ਕਾਂਗਰਸ ਨੇ ਵਿਰੋਧੀਆਂ ਨਾਲ ਮਿਲ ਕੇ ਅਕਾਲੀ ਦਲ ਤੇ ਝੂਠੇ ਬੇਅਦਬੀ ਦੇ ਇਲਜ਼ਾਮ ਲਗਾਏ। ਇੰਨਾ ਹੀ ਨਹੀਂ,
ਉਹਨਾਂ ਕਿਹਾ ਕਿ ਸੂਬੇ ਵਿੱਚ ਬਾਦਲ ਸਰਕਾਰ ਨਾ ਬਣੇ, ਇਸ ਦੇ ਲਈ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ 84 ਵਰਗੇ ਦੰਗੇ ਕਰਵਾਏ। ਉਹਨਾਂ ਕਿਹਾ ਕਿ ਹੁਣ ਉਹ ਲੋਕ ਕਿੱਥੇ ਨੇ ਜੋ 3 ਸਾਲ ਪਹਿਲਾਂ ਧਰਨੇ ਦਿੰਦੇ ਸਨ। ਕਾਂਗਰਸ ਦੇ ਮੰਤਰੀਆਂ ਤੇ ਇਲਜ਼ਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਕਾਂਗੜ ਤੇ ਵਿਧਾਇਕਾਂ ਨਾਲ ਮਿਲ ਕੇ ਪੁਲਿਸ ਨੇ ਬੇਅਦਬੀ ਕਾਂਡ ਦੇ ਗਵਾਹਾਂ ਨੂੰ ਪਰੇਸ਼ਾਨ ਕੀਤਾ। ਕੈਪਟਨ ਤੇ ਗਰਜਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਝੂਠਾ ਹੈ, ਉਸ ਦੀ ਨੀਅਤ ਸਾਫ਼ ਨਹੀਂ, ਇਸੇ ਲਈ ਉਸ ਨੂੰ ਕਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦਿਆਂ ਨਹੀਂ ਵੇਖਿਆ ਗਿਆ। ਬਾਦਲ ਨੇ ਇੱਕ ਵਾਰ ਫੇਰ ਕੈਪਟਨ ਵੱਲੋਂ ਗੁਟਕਾ ਚੁੱਕ ਕੇ ਸਹੁੰ ਚੁੱਕਣ ਦਾ ਝੂਠਾ ਦਾਅਵਾ ਦੁਹਰਾਇਆ। ਅਚਾਲ ਸੀ ਉਹਨਾਂ ਲੋਕਾਂ ਦੀ, ਕਾਂਗਰਸੀਆਂ ਦੀ, ਜਿਨ੍ਹਾਂ ਨੇ 84 ਵਿੱਚ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕਰਾਇਆ। ਹੁਣ ਕਾਂਗਰਸ ਦੀ ਲੀਡਰਸ਼ਿਪ ਆਪਣੇ ਤੇ ਇਲਜ਼ਾਮ ਲਾਊਗੀ। ਆ ਕਾਂਗਰਸੀ ਲੀਡਰਸ਼ਿਪ ਬੇਅਦਬੀ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲਾਊਗੀ। ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨੇ ਹਜ਼ਾਰਾਂ ਗੁਰੂ ਘਰਾਂ ਤੇ ਹਮਲਾ ਕੀਤਾ, ਹਜ਼ਾਰਾਂ ਗੁਰਦੁਆਰਾ ਸਾਹਿਬ ਦੇ ਅਗਨੀ ਭੇਂਟ ਕੀਤਾ, ਜਿਨ੍ਹਾਂ ਦਰਬਾਰ ਸਾਹਿਬ ਦੇ ਟੈਂਕਾਂ ਤੋਪਾਂ ਨੇ ਹਮਲਾ ਕੀਤਾ, ਹਜ਼ਾਰਾਂ ਭੈਣ ਭਰਾਵਾਂ ਨੂੰ ਦਿੱਲੀ ਤੇ ਬਕਾਰੋ ਵਰਗੇ ਤੇ ਸਾਰੇ ਦੇਸ਼ ਵਿੱਚ ਕਤਲੇਆਮ ਕੀਤਾ, ਉਹਨਾਂ ਨੇ ਇਲਜ਼ਾਮ ਲਾਇਆ ਤੇ ਆਪਾਂ ਗੱਲਾਂ ਚ ਆ ਗਏ। ਗਾਂਧੀ ਪਰਿਵਾਰ ਦੀ ਸਾਜ਼ਿਸ਼, ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ। ਜਿਹੜੀ ਕੌਮਾਂ ਦੀ ਜਥੇਬੰਦੀ ਤਕੜੀ, ਉਹੀ ਕੌਮ ਤਕੜੀ। ਆਪਣੇ ਗੁਰੂ ਸਾਹਿਬਾਨ ਨੇ ਵੀ ਕਿਹਾ, ਆਪਣੇ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦੀ ਗੱਲ ਕੀਤੀ। ਕਿਉਂ ਕੀਤੀ? ਕਿਉਂਕਿ ਸਿਆਸੀ ਤਾਕਤ ਦੇ ਬਗੈਰ ਕੌਮ ਨੂੰ ਕੋਈ ਬਚਾ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਤੁਹਾਡੀ ਤਾਕਤ ਹੈ, ਕੌਮ ਦੀ ਤਾਕਤ ਹੈ। ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਸਿੱਧੂ ਨੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸਿੱਧੂ ਨੂੰ ਦਿੱਲੀ ਹਾਈ ਕਮਾਨ ਨੇ ਖੁਦ ਤਲਬ ਕੀਤਾ ਸੀ। ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਕਾਫੀ ਲੰਬੀ ਚੱਲੀ। ਪ੍ਰਿਯੰਕਾ ਨੇ 25 ਫਰਵਰੀ ਨੂੰ ਸਿੱਧੂ ਨਾਲ ਕਰੀਬ 40 ਮਿੰਟ ਮੁਲਾਕਾਤ ਕੀਤੀ ਤੇ ਅਗਲੇ ਦਿਨ ਯਾਨੀ 26 ਫਰਵਰੀ ਨੂੰ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਕਰੀਬ 1 ਘੰਟਾ ਚੱਲੀ। ਇਸ ਮੀਟਿੰਗ ਦੇ ਨਾਲ ਹੀ ਸਿਆਸੀ ਗਲਿਆਰਿਆਂ ਵਿੱਚ ਹਲਚਲ ਵੀ ਤੇਜ਼ ਹੋ ਗਈ ਹੈ ਕਿ ਸ਼ਾਇਦ 2022 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪੰਜਾਬ ਲਈ ਕੁਝ ਵੱਡੇ ਤੇ ਅਹਿਮ ਫੈਸਲੇ ਲੈ ਸਕਦੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੇ ਪੰਜਾਬ ਦੀ ਮੌਜੂਦਾ ਹਾਲਾਤਾਂ ਤੋਂ ਉਭਰਨ ਲਈ ਇੱਕ ਰੋਡ ਮੈਪ ਪਾਰਟੀ ਪ੍ਰਧਾਨ ਨੂੰ ਦਿੱਤਾ ਹੈ। ਲੰਬੇ ਸਮੇਂ ਦੀ ਚੁੱਪ ਤੋਂ ਬਾਅਦ ਕਾਂਗਰਸ ਦਰਬਾਰ ਗਏ ਨਵਜੋਤ ਸਿੱਧੂ ਤੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਨੇ। ਸਿੱਧੂ ਵੱਲੋਂ ਜਾਰੀ ਬਿਆਨ, ਜਿਸ ਵਿੱਚ ਉਹਨਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ ਵਾਡਰਾ ਗਾਂਧੀ ਨਾਲ ਪੰਜਾਬ ਦਾ ਰੋਡ ਮੈਪ ਸਾਂਝਾ ਕਰਨ ਦੀ ਗੱਲ ਕੀਤੀ ਸੀ। ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ ਨੇਤਾ ਹਰਪਾਲ ਸਿੰਘ ਚੀਮਾ ਨੇ ਸਵਾਲ ਚੁੱਕੇ ਨੇ। ਚੀਮਾ ਮੁਤਾਬਕ ਨਵਜੋਤ ਸਿੱਧੂ ਨੂੰ ਇਹ ਰੋਡ ਮੈਪ ਗਾਂਧੀ ਪਰਿਵਾਰ ਦੀ ਥਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ। ਦੱਸ ਦਈਏ ਕਿ ਹਰਪਾਲ ਚੀਮਾ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਧੂ ਤੇ ਹਮਲੇ ਬੋਲ ਚੁੱਕੇ ਨੇ। ਚੀਮਾ ਮੁਤਾਬਕ ਸਿੱਧੂ ਨੂੰ ਪੰਜਾਬ ਦੇ ਹਿੱਤਾਂ ਨਾਲੋਂ ਆਪਣੇ ਨਿੱਜੀ ਮੁਫਾਦ ਪਹਿਲਾਂ ਨੇ। ਆਪ ਨੇਤਾ ਸਿੱਧੂ ਨੂੰ ਅਹੁਦਿਆਂ ਦਾ ਲਾਲਚੀ ਦੱਸ ਚੁੱਕੇ ਨੇ। ਸਿੱਧੂ ਸਾਹਿਬ ਜਿਹੜੇ ਸੋਨੀਆ ਗਾਂਧੀ ਜੀ ਕੋਲੇ ਰੋਡ ਮੈਪ ਸਾਂਝਾ ਕਰਕੇ ਆਏ ਨੇ, ਚੰਗਾ ਹੁੰਦਾ ਜੋ ਰੋਡ ਮੈਪ ਪੰਜਾਬ ਦੀ ਵਿਧਾਨ ਸਭਾ ਸਾਂਝਾ ਕੀਤਾ ਜਾਂਦਾ। ਚੰਗਾ ਹੁੰਦਾ ਜੋ ਰੋਡ ਮੈਪ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ ਹੁੰਦਾ, ਕਿਉਂਕਿ 2017 ਦੇ ਵਿੱਚ ਸਿੱਧੂ ਸਾਹਿਬ ਨੇ ਬਹੁਤ ਪ੍ਰਚਾਰ ਕੀਤਾ ਸੀਗਾ ਕੈਪਟਨ ਸਾਹਿਬ ਲਈ ਕਿ ਆ ਜਿਹੜੇ ਹੈਗੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਆਂਗੇ, ਕਿ ਪੰਜਾਬ ਦੇ ਵਿੱਚ ਘਰ ਨੌਕਰੀ ਦੇ ਦਿਆਂਗੇ, ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ, ਪੰਜਾਬ ਵਿੱਚ ਦਲਿਤਾਂ ਨੂੰ ਕਰਜ਼ੇ ਮਾਫ ਹੋਣਗੇ। ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਮੰਗਾਂ ਨੇਗੀਆਂ ਉਹ ਸਿੱਧੂ ਸਾਹਿਬ ਨੇ ਔਨ ਬਿਹਾਫ ਆਫ ਕੈਪਟਨ ਸਾਹਿਬ ਪੰਜਾਬ 'ਚ ਕੀਤੀਆਂ ਸੀਗੀਆਂ। ਚੋਣ ਮੈਨੀਫੈਸਟੋ ਜਾਰੀ ਹੋਇਆ ਸੀਗਾ। ਸੋ ਹੁਣ ਕਿਹੜਾ ਰੋਡ ਮੈਪ ਦੇ ਕੇ ਆਏ ਨੇ ਕਿ ਉਹ ਚੰਗਾ ਹੁੰਦਾ ਜੇ ਇੱਥੇ ਵਿਧਾਨ ਸਭਾ 'ਚ ਆਉਂਦੇ, ਵਿਧਾਨ ਸਭਾ 'ਚ ਆ ਕੇ ਦੱਸਦੇ ਜਾਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਦੇ। ਮੈਂ ਸਮਝਦਾ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਪ੍ਰਧਾਨ ਨਾਲ ਸਾਂਝਾ ਕੀਤਾਗਾ, ਉਹ ਸਿੱਧੂ ਸਾਹਿਬ ਹੀ ਦੱਸ ਸਕਦੇ ਨੇ ਕੀ ਰੋਡ ਮੈਪ ਆ। 22 ਫਰਵਰੀ ਤੋਂ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਇਆ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਹਲਕਾ ਲੰਬੀ ਦੇ ਪਿੰਡ ਬਾਦਲ ਪੁੱਜਾ, ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵਾਗਤ ਕੀਤਾ। ਇਸ ਮੌਕੇ ਬਾਦਲ ਨੇ 5 ਪਿਆਰਿਆਂ ਨੂੰ ਸਿਰੋਂ ਪਾਉ ਭੇਂਟ ਕੀਤੇ। ਉਹਨਾਂ ਨਗਰ ਕੀਰਤਨ ਦੇ ਦਰਸ਼ਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੀਵਨ ਸਫਲ ਹੁੰਦਾ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਦਿੱਲੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡਾ ਦੇਸ਼ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਇਹ ਜਿਹਾ ਨਹੀਂ ਹੋਣਾ ਚਾਹੀਦਾ ਸੀ। ਬਾਦਲ ਨੇ ਕਰਤਾਰਪੁਰ ਕੋਰੀਡੋਰ ਦੇ ਰਸਤੇ ਜਾਣ ਵਾਲੀ ਸੰਗਤ ਤੋਂ ਆਉਂਦੇ ਸਮੇਂ ਪੁੱਛਤਾਛ ਕਰਨ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਸਭ ਨੂੰ ਖੁੱਲੇ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਨੇ। ਪੰਜਾਬ ਸਰਕਾਰ ਦੇ ਕੱਲ ਪੇਸ਼ ਹੋਣ ਵਾਲੇ ਬਜਟ ਤੇ ਬਾਦਲ ਨੇ ਕਿਹਾ ਕਿ ਇਹਨਾਂ ਕੋਲ ਪੈਸੇ ਤਾਂ ਹੈ ਨਹੀਂ, ਬਜਟ ਕੀ ਪੇਸ਼ ਕਰਨਗੇ। ਬਾਦਲ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਿ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਭੜਕੀ ਵੀ ਕੀ ਕਹਿਣਾ ਚਾਹੋਗੇ? ਬਈ ਮਾੜੀ ਗੱਲ ਹੈ, ਅਫਸੋਸਨਾਕ ਹੈ।
ਇੰਨੀ ਹੋਣੀ ਚਾਹੀਦੀ। ਸਾਡਾ ਮੁਲਕ ਗੁਰੂਆਂ ਪੀਰਾਂ ਪੈਗੰਬਰਾਂ ਦਾ ਮੁਲਕ ਹੈ, ਜਿਨ੍ਹਾਂ ਨੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਬਹੁਤ ਕੁਝ ਕੀਤਾ, ਕੁਰਬਾਨੀ। ਕਰਤਾਰਪੁਰ ਸਾਹਿਬ ਸੰਗਤ ਜਾ ਰਹੀ ਹੈਗੀ ਹੈ, ਸੰਗਤ ਜਦੋਂ ਵਾਪਸ ਆਉਂਦੀ ਹੈਗੀ ਹੈ ਤਾਂ ਉਹਨਾਂ ਦੀ ਤਲਾਸ਼ੀਆਂ ਲੈ ਜਾਈਆਂ ਜਾ ਰਹੀਆਂ ਹੈਗੀਆਂ, ਥਾਣਿਆਂ ਦੇ ਵਿੱਚ ਬੁਲਾ ਕੇ ਉਹਨਾਂ ਨੂੰ। ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ ਵੀ ਸੰਗਤਾਂ ਨੂੰ ਕਿਸ ਤਰ੍ਹਾਂ ਦਾ? ਨਹੀਂ, ਉੱਥੇ ਅਸਲ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ। ਵੇਖੋ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਗੁਰਦੁਆਰਾ ਸਾਹਿਬਾਨ ਜਿਹੜੇ ਉੱਧਰ ਰਹਿ ਗਏ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਤੇ ਕੋਈ ਪਾਸਪੋਰਟ ਨਹੀਂ ਹੋਣਾ ਚਾਹੀਦਾ ਕਿ ਇੰਨੀ ਕੁ ਜਗ੍ਹਾ ਉੱਥੇ ਕੰਟਰੋਲ ਕਰ ਲੈਣ। ਗੌਰਮੈਂਟਾਂ ਨੂੰ ਕੀ ਫਰਕ ਪੈਂਦਾ ਹੈ? ਵੇਖੋ, ਮੈਂ ਹੁਣ ਇਹੋ ਜਿਹੀ ਗੱਲ ਨਹੀਂ ਕਰਨਾ ਚਾਹੁੰਦਾ, ਜਿੰਨਾ ਕੰਮ ਅਸੀਂ ਕੀਤਾ ਉਹਦਾ ਤਾਂ 1% ਵੀ ਨਹੀਂ ਕਰ ਸਕੇ। ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ, ਕਿੰਨੀਆਂ ਯਾਦ ਕਰ ਰਹਾ, ਕਿੰਨੇ ਡਿਵੈਲਪਮੈਂਟ, ਕਿੰਨਾ ਕੁਝ। ਕੱਲ ਨੂੰ ਆਪਦਾ ਨਵਾਂ ਬਜਟ ਪੇਸ਼ ਕਰਨ ਜਾ ਰਹੇ ਹੈਗੇ ਆ, ਕੀ ਲੱਗਦਾ ਹੈਗਾ ਵੀ ਆਪਣੇ ਵਾਅਦਿਆਂ ਤੇ ਖਰੇ ਉਤਰ ਸਕਣਗੇ? ਨਹੀਂ, ਉਹਨਾਂ ਨੇ ਕੀ ਕਰਨਾ ਜੀ, ਪੈਸਾ ਹੀ ਨਹੀਂ ਉਹਨਾਂ ਕੋਲ, ਹਿੰਮਤ ਹੀ ਨਹੀਂ, ਦਿਮਾਗ ਹੀ ਨਹੀਂ। ਇਹ ਕੰਮ ਗੌਰਮੈਂਟਾਂ ਦਾ ਚਲਾਉਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੁੰਦਾ। ਲੁਧਿਆਣਾ ਵਿੱਚ ਅਕਾਲੀ ਦਲ ਵੱਲੋਂ ਅੱਜ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਉਹਨਾਂ ਵੱਲੋਂ ਫਿਰੋਜ਼ਪੁਰ ਦੇ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ SHO ਜਗਤਾਰ ਸੰਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ SHO ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ, ਜਿਸ ਵਿੱਚ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਆਵਾਜ਼ ਨੂੰ ਡੱਬ ਕੀਤਾ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਅਕਾਲੀ ਦਲ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬੇਅਦਬੀ ਹੈ। SHO ਢੱਲ ਕਲਾਂ ਜੁਗਰਾਜ ਸੰਧੂ, ਜਿਸ ਨੇ ਇੱਕ ਧਿਰ ਬਣ ਕੇ ਇੱਕ ਸੋਸ਼ਲ ਮੀਡੀਆ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਰਸਿਮਰਤ ਕੌਰ ਬਾਦਲ ਭੈਣ ਜੀ ਉਹਨਾਂ ਦੀ ਜਿਹੜੀ ਫੋਟੋ ਗਲਤ ਤਰੀਕੇ ਨਾਲ ਵਾਇਰਲ ਕੀਤੀਆਂ, ਉਹਦੇ ਖਿਲਾਫ ਅਸੀਂ ਕੰਪਲੇਂਟ ਕਰਕੇ ਆਏ ਹਾਂ। ਮੈਂ ਸਮਝਦਾ ਕਿ ਇੱਕ SHO ਦਾ ਪੁਲਿਸ ਦਾ ਕੰਮ ਹੁੰਦਾ ਕਿ ਧਿਰ ਨਾ ਬਣ ਕੇ ਸਗੋਂ ਲੋਕਾਂ ਦੀਆਂ ਜਿਹੜੇ ਕੋਈ ਗਲਤ ਕਰਦਾ ਉਹਦਾ ਇਨਸਾਫ ਦੇਣਾ। ਤੇ ਜੇ ਪੁਲਿਸ ਹੀ ਜੇ ਰਲ ਜੂਗੀ, ਜਿੱਦਾਂ ਕਹਿੰਦੇ ਵੀ ਚੋਰ ਤੇ ਕੁੱਤੀ ਰਲੇ ਹੋਏ ਆ, ਤੇ ਉਹ ਕੰਮ ਜੇ ਕਰੇਗੀ ਤੇ ਫਿਰ ਹਾਲਾਤ ਕੀ ਬਣ ਜਾਣਗੇ। ਤੇ ਹਾਲਾਤ ਇਹੋ ਜਿਹੇ ਬਣ ਚੁੱਕੇ ਜਿਹੜੇ ਆਪਣੇ ਅਕਾਵਾਂ ਨੂੰ, ਕਾਂਗਰਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ SHO ਇਹ ਕੰਮ ਕਰਦੇ, ਅਸੀਂ ਹੁਣ ਬਿਲਕੁਲ ਨਹੀਂ ਬਖਸ਼ਾਂਗੇ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵਾਲੇ ਨੇ ਵੀ ਭਗਵੰਤ ਮਾਨ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੀ ਪਾਈ ਸੀ, ਬਾਅਦ ਚੋਂ ਮਾਫੀ ਮੰਗ ਕੇ ਛੁੱਟਿਆ ਸੀ। ਤੇ ਮੈਂ ਸਮਝਦਾ ਇਹੋ ਜਿਹੇ SHO ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਕਾਨੂੰਨ ਤੋੜਦੇ ਆ। ਜੇ ਕਾਨੂੰਨ ਤੋੜਨ ਵਾਲੇ ਇਹ ਕੰਮ ਕਰਕੇ ਤੇ ਪੰਜਾਬ ਦਾ ਤਾਂ ਅੱਗੇ ਬੁਰਾ ਹਾਲ ਹੋ ਚੁੱਕਾ। ਤੇ ਆਪਣੇ ਅਕਾਵਾਂ ਨੂੰ ਖੁਸ਼ ਨਾ ਕਰਨ, ਪੰਜਾਬ ਦੇ ਲੋਕਾਂ ਨੂੰ ਜਿਹੜੇ ਇਨਸਾਫ ਮੰਗਦੇ ਉਹਨਾਂ ਦੇ ਇਨਸਾਫ ਲਈ ਕੰਮ ਕਰਨ। ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਬਾਹਰ ਅੱਜ ਵਕੀਲਾਂ ਨੇ ਕੰਮਕਾਜ ਠੱਪ ਕਰਕੇ ਫਿਰੋਜ਼ਪੁਰ ਸੜਕ ਨੂੰ ਜਾਮ ਕਰ ਦਿੱਤਾ ਤੇ ਜੰਮ ਕੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਲੁਧਿਆਣਾ ਫਿਰੋਜ਼ਪੁਰ ਰੋਡ ਵਕੀਲਾਂ ਵੱਲੋਂ ਜਾਮ ਕੀਤਾ ਗਿਆ। ਦਰਅਸਲ ਵਰੁਣ ਗਰਗ ਨਾਮ ਦੇ ਇੱਕ ਵਕੀਲ ਤੇ STF ਇੰਚਾਰਜ ਹਰਬੰਸ ਸਿੰਘ ਨੇ ਗਲਤੀ ਨਾਲ ਮੁਲਜ਼ਮ ਸਮਝ ਕੇ ਹੱਥ ਚੁੱਕ ਦਿੱਤਾ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਵਕੀਲਾਂ ਨੇ ਹਰਬੰਸ ਸਿੰਘ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਧਰਨਾ ਲਗਾ ਦਿੱਤਾ। ਸਰ, ਮਿਤੀ 11 ਤਰੀਕ ਨੂੰ ਸਾਡੇ ਇੱਕ ਵਕੀਲ ਭਰਾ ਵਰੁਣ ਗੁਪਤਾ ਜੀ, ਜੋ ਕਿ ਸਾਡੀ ਬਾਰ ਦੇ ਪਹਿਲਾਂ ਵੀ ਫਾਈਨਾਂਸ ਸੈਕਟਰੀ ਰਹਿ ਚੁੱਕੇ ਨੇ, ਉਹਨਾਂ ਨਾਲ ਕੁਝ ਅਣਪਛਾਤਿਆਂ ਨੇ ਉਹਨਾਂ ਤੇ ਹਮਲਾ ਕੀਤਾ। ਮੰਜੀ ਸਾਹਿਬ ਗੁਰਦੁਆਰੇ ਸਾਹਿਬ ਦੇ ਕੋਲ ਇਹ ਘਟਨਾ ਵਾਪਰੀ ਹੈ। ਬਾਅਦ ਚ ਸਾਡੇ ਵਕੀਲ ਭਰਾ ਨੂੰ ਪਤਾ ਲੱਗਿਆ ਕਿ ਉਹ ਹਮਲਾ ਕਰਨ ਵਾਲਾ, ਕੁੱਟਣ ਵਾਲਾ ਬੰਦਾ ਹਰਬੰਸ ਸਿੰਘ ਸੀਗਾ, ਜਿਹਦੀ ਅੱਜ ਕੱਲ੍ਹ ਅਖਬਾਰਾਂ 'ਚ ਬੜੀ ਖਬਰਾਂ ਆਉਂਦੀਆਂ ਨੇ ਕਿ ਉਹ ਨਾਰਕੋਟਿਕਸ ਡਿਪਾਰਟਮੈਂਟ ਦਾ ਹੀਰੋ ਹੈ। ਪਰ ਉਹ ਹੀਰੋ ਨਹੀਂ ਹੈ। ਮੈਂ ਜਨਤਾ ਨੂੰ ਮੀਡੀਆ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਉਹ ਇੱਕ ਨੰਬਰ ਦਾ ਗੁੰਡਾ ਹੈ, ਸ਼ਰਾਰਤੀ ਅਨਸਰ ਹੈ। ਸਾਡੇ ਕੋਲ ਅੱਜ ਅਸੀਂ ਇਹ ਪ੍ਰੋਟੈਸਟ ਤਾਂ ਕਰ ਹੀ ਰਹੇ ਹਾਂ, ਤੇ ਪ੍ਰੋਟੈਸਟ ਜਿਵੇਂ ਜਿਵੇਂ ਅੱਗੇ ਵੱਧਦਾ ਜਾਏਗਾ, ਤੁਹਾਨੂੰ ਸਾਰਿਆਂ ਨੂੰ, ਜਨਤਾ ਨੂੰ ਮੀਡੀਆ ਦੇ ਮਾਧਿਅਮ ਨਾਲ ਉਹਦੀਆਂ ਕੀਤੀਆਂ ਹੋਈਆਂ ਕਾਲੀਆਂ ਕਰਤੂਤਾਂ ਦੀ ਜਾਣਕਾਰੀ ਵੀ ਵਕੀਲਾਂ ਦੇ ਮਾਧਿਅਮ ਨਾਲ ਮਿਲਦੀ ਰਹੂਗੀ। ਇਸ ਸੰਘਰਸ਼ ਨੂੰ ਏਦਾਂ ਹੀ ਵਧਾਵਾਂਗੇ ਜਦੋਂ ਤੱਕ ਉਸ ਗੁੰਡੇ ਦੀ ਵਰਦੀ ਨਹੀਂ ਲੈ ਜਾਂਦੀ। ਜੋ ਗੁੰਡਾਗਰਦੀ ਆਪਣੀ ਵਰਦੀ ਦੇ ਪਿੱਛੇ ਲੁਕ ਕੇ ਕਰ ਰਿਹਾ, ਉਦੋਂ ਤੱਕ ਅਸੀਂ ਏਦਾਂ ਹੀ ਸੰਘਰਸ਼ ਕਰਦੇ ਰਵਾਂਗੇ। ਉਹਦੇ ਤੇ FIR ਦਰਜ ਕਰਾਵਾਂਗੇ ਤੇ ਉਹਦੀ ਵਰਦੀ ਜਿਹੜੀ ਆ ਉਹ ਲਹਾ ਕੇ ਹਟਾਂਗੇ। ਮਾਨਸਾ ਵਿੱਚ ਇੱਕ 20 ਸਾਲਾ ਨੌਜਵਾਨ ਵੱਲੋਂ ਲੋਕਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਤੋਂ ਬਾਅਦ ਭੜਕੇ ਪਰਿਵਾਰ ਨੇ ਮਜ਼ਦੂਰ ਮੁਕਤੀ ਮੋਰਚਾ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਮ੍ਰਿਤਕ ਮਨਪ੍ਰੀਤ ਤੇ ਕੁਝ ਲੋਕਾਂ ਨੇ ਝੂਠਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਮਨਪ੍ਰੀਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉੱਥੇ ਹੀ ਧਰਨਾਕਾਰੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰ ਨੇ ਕਿਹਾ ਜਦੋਂ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਦਿੱਲੀ ਵਿੱਚ ਹੋਈ ਹਿੰਸਾ ਦੀ ਆਵਾਜ਼ UN ਤੱਕ ਪੁੱਜੀ। ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਰੇਸ ਨੇ ਵਿਅਕਤ ਕੀਤਾ ਦੁੱਖ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ, ਜਦਕਿ ਭਾਜਪਾ ਆਗੂਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰਨ ਵਾਲੇ ਜੱਜ ਐਸ ਮੁਰਲੀਧਰ ਦਾ ਮੋਦੀ ਸਰਕਾਰ ਨੇ ਕੀਤਾ ਤਬਾਦਲਾ। SYL ਤੇ ਪੰਜਾਬ ਤੇ ਹਰਿਆਣਾ ਵਿਚਾਲੇ ਟਕਰਾਅ ਵਧਿਆ। ਕੈਪਟਨ ਵੱਲੋਂ ਪਾਣੀ ਨਾ ਦੇਣ ਬਦਲੇ ਸ਼ਹੀਦ ਹੋਣਾ ਵੀ ਸਵੀਕਾਰ ਕਰਨ ਦੇ ਦਿੱਤੇ ਬਿਆਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ਭਾਵੇਂ ਜਿਹੜਾ ਮਰਜ਼ੀ ਸ਼ਹੀਦ ਹੋ ਜਾਵੇ, ਹਰਿਆਣਾ ਦਾ ਪਾਣੀ ਨਹੀਂ ਰੋਕ ਸਕਦਾ। ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ 5ਵਾਂ ਦਿਨ ਵੀ ਰਿਹਾ ਹੰਗਾਮੇ ਭਰਪੂਰ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਘੇਰਿਆ ਕੈਪਟਨ ਸਰਕਾਰ ਨੂੰ। ਬਿਕਰਮ ਮਜੀਠੀਆ ਨੇ ਕਿਹਾ, ਚੀਨ ਨੂੰ ਹੋਇਆ ਕਰੋਨਾ ਵਾਇਰਸ, ਜਦਕਿ ਕਾਂਗਰਸ ਨੂੰ ਕਰੋ ਨਾ ਵਾਇਰਸ। ਪੰਜਾਬ ਦੇ ਕਾਂਗਰਸੀ ਸਭਾ ਵਿੱਚ ਹੋਈ ਹਲਚਲ। ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ। ਪੰਜਾਬ ਲਈ ਬਣਾਏ ਨਵੇਂ ਰੋਡ ਮੈਪ ਦਾ ਕੀਤਾ ਜ਼ਿਕਰ, ਜਦਕਿ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ, ਸਿੱਧੂ ਅਹੁਦਿਆਂ ਦੇ ਲਾਲਚੀ। ਤੇ ਬਾਦਲ ਪਿਓ ਪੁੱਤਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਵਿੰਨੇ ਨਿਸ਼ਾਨੇ। ਸੁਖਬੀਰ ਬਾਦਲ ਨੇ ਤਰਨਤਾਰਨ ਵਿੱਚ ਰੈਲੀ ਦੌਰਾਨ ਤੇ ਵੱਡੇ ਬਾਦਲ ਨੇ ਪਿੰਡ ਬਾਦਲ ਵਿੱਚ ਕਿਹਾ ਕਿ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਕੈਪਟਨ। ਇਸ ਨਾਲ TV 84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।